हाँ जी स्टूडेंट्स, ਆਪਾਂ मैनेजमेंट ਦੇ ਪ੍ਰਿੰਸੀਪਲਸ ਪੜ੍ਹ ਰਹੇ ਸੀਗੇ। ਇਹਦੇ ਆਪਾਂ 5 ਤੱਕ ਪ੍ਰਿੰਸੀਪਲ ਕਰ ਲਏ ਸੀਗੇ। ਨੈਕਸਟ ਹੁਣ ਜਿਹੜਾ 4th ਅਤੇ 5th ਪੜ੍ਹਿਆ ਸੀ ਉਹਦੇ ਵਿੱਚ ਡਿਫਰੈਂਸ ਆ, ਉਹ ਧਿਆਨ ਨਾਲ ਸੁਣ ਲਓ। ਯੂਨਿਟੀ ਆਫ ਕਮਾਂਡ ਐਂਡ ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਕੀ ਡਿਫਰੈਂਸ ਆ। ਫਸਟ ਆਫ ਆਲ ਇਹਦਾ ਮੀਨਿੰਗ ਦੇਖੋ, ਐਨੀ ਇੰਪਲੋਈ ਮਸਟ ਗੈਟ ਆਰਡਰਸ ਫਰੋਮ ਵਨ ਸੀਨੀਅਰ ਓਨਲੀ। ਜਿਹੜਾ ਯੂਨਿਟੀ ਆਫ ਕਮਾਂਡ ਹੈ ਇਹਦੇ ਵਿੱਚ ਇੰਪਲੋਈ ਸਿਰਫ ਇੱਕ ਹੀ ਸੀਨੀਅਰ ਤੋਂ ਆਰਡਰ ਲੈਂਦਾ ਹੈ। ਯੂਨਿਟੀ ਆਫ ਡਾਇਰੈਕਸ਼ਨਸ ਕੀ ਹੁੰਦਾ ਵਾ, ਫॉर ਆਲ ਦ ਐਕਟੀਵਿਟੀਜ਼ ਹੈਵਿੰਗ ਸੇਮ ਆਬਜੈਕਟਿਵ देयर शुड बी वन हैड एंड वन प्लान। मतलब जिन्नियां भी एक्टिविटीज़ ਜਾਂ ਕੰਮ ਕੀਤੇ ਜਾ ਰਹੇ ਆ ਉਹਨਾਂ ਦਾ ਇੱਕੋ ਹੀ ਆਬਜੈਕਟਿਵ ਹੁੰਦਾ ਇਹਦੇ ਵਿੱਚ। ਮਤਲਬ ਇੱਕ ਹੀ ਹੈਡ ਹੁੰਦਾ, ਇੱਕ ਹੀ ਪਲਾਨ ਹੁੰਦਾ, ਠੀਕ ਆ। ਮਤਲਬ ਇੱਕ ਡਾਇਰੈਕਸ਼ਨ ਇੱਕ ਹੁੰਦੀ ਹੈ ਉਹਨਾਂ ਦੀ। ਨੈਕਸਟ ਹੈਗਾ ਏਮ। ਯੂਨਿਟੀ ਆਫ ਕਮਾਂਡ ਦਾ ਏਮ ਕੀ ਆ, ਦਿਸ ਪ੍ਰਿੰਸੀਪਲ ਐਲੀਮੀਨੇਟਸ ਦਾ ਸਕੋਪ ਆਫ ਡੂਅਲ ਸਬੋਰਡੀਨੇਸ਼ਨ। ਮਤਲਬ ਇਹਦੇ ਵਿੱਚ ਇਹ ਨਹੀਂ ਹੈ ਵੀ ਡਬਲ ਲੋਕਾਂ ਨੂੰ ਜਵਾਬ ਦੇਣੀ ਪਊਗੀ। ਮਤਲਬ ਇੱਕ ਪਰਸਨ ਇੱਕ ਨੂੰ ਹੀ ਆਨਸਰੇਬਲ ਹੁੰਦਾ। ਨੈਕਸਟ ਕੀ ਆ, ਯੂਨਿਟੀ ਆਫ ਡਾਇਰੈਕਸ਼ਨ 'ਚ ਦਿਸ ਪ੍ਰਿੰਸੀਪਲ ਐਲੀਮੀਨੇਟ ਦਾ ਸਕੋਪ ਆਫ ਡੁਪਲੀਕੇਸ਼ਨ ਆਫ ਐਕਟੀਵਿਟੀਜ਼। ਮਤਲਬ ਇੱਕ ਕੰਮ ਨੂੰ ਬਾਰ-ਬਾਰ ਨਹੀਂ ਕੀਤਾ ਜਾਊਗਾ, ਠੀਕ ਆ, ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਡਾਇਰੈਕਸ਼ਨ ਇੱਕੋ ਹੀ ਆ। ਨੈਕਸਟ ਹੈ ਇਹਦੇ ਵਿੱਚ ਰਿਲੇਸ਼ਨ। ਦਿਸ ਪ੍ਰਿੰਸੀਪਲ ਇਜ਼ ਕੰਸਰਨ ਵਿਦ ਦਾ ਫੰਕਸ਼ਨਿੰਗ ਆਫ ਦਾ ਇੰਪਲੋਈਜ਼। ਜਿਹੜਾ ਯੂਨਿਟੀ ਆਫ ਕਮਾਂਡ ਨਾਲ ਦਾ ਪ੍ਰਿੰਸੀਪਲ ਆ ਇਹ ਇੰਪਲੋਈਜ਼ ਦੀ ਫੰਕਸ਼ਨਿੰਗ ਜਾਂ ਇੰਪਲੋਈਜ਼ ਦੇ ਕੰਮਾਂ ਨਾਲ ਜੁੜਿਆ ਹੋਇਆ ਵਾ। ਜਦ ਕਿ ਯੂਨਿਟੀ ਆਫ ਡਾਇਰੈਕਸ਼ਨ ਕਾਹਦੇ ਨਾਲ ਜੁੜਿਆ ਹੋਇਆ, ਦਿਸ ਪ੍ਰਿੰਸੀਪਲ ਇਜ਼ ਕੰਸਰਨ ਵਿਦ ਦਾ ਫੰਕਸ਼ਨਿੰਗ ਆਫ ਦਾ ਹੋਲ ਆਰਗੇਨਾਈਜੇਸ਼ਨ। ਮਤਲਬ ਪੂਰੀ ਸੰਸਥਾ ਦੇ ਸਾਰੇ ਜਿਹੜੇ ਕੰਮ ਆ ਉਹਨਾਂ ਨਾਲ ਇਹ ਜੁੜਿਆ ਹੋਇਆ। ਨੈਕਸਟ ਹੈ ਇਹਦੇ ਵਿੱਚ ਡਿਪੈਂਡੈਂਸ। ਯੂਨਿਟੀ ਆਫ ਕਮਾਂਡ ਇਜ਼ ਨਾਟ ਪੋਸੀਬਲ ਵਿਦਾਊਟ ਯੂਨਿਟੀ ਆਫ ਡਾਇਰੈਕਸ਼ਨ। ਜਿਹੜੀ ਯੂਨਿਟੀ ਆਫ ਕਮਾਂਡ ਨਾਲ ਦਾ ਪ੍ਰਿੰਸੀਪਲ ਹੈ ਇਹ ਯੂਨਿਟੀ ਆਫ ਡਾਇਰੈਕਸ਼ਨ ਤੋਂ ਬਿਨਾਂ ਪੋਸੀਬਲ ਨਹੀਂ ਹੈ। ਜਦ ਕਿ ਯੂਨਿਟੀ ਆਫ ਡਾਇਰੈਕਸ਼ਨ ਕੈਨ ਬੀ ਪੋਸੀਬਲ ਇੰਡੀਪੈਂਡੈਂਟਲੀ ਵਿਦਾਊਟ ਯੂਨਿਟੀ ਆਫ ਕਮਾਂਡ। ਮਤਲਬ ਸਾਰੀ ਆਰਗੇਨਾਈਜੇਸ਼ਨ ਦੀ ਇੱਕੋ ਹੀ ਡਾਇਰੈਕਸ਼ਨ ਹੋਊਗੀ ਤਾਂ ਉਹ ਹੋ ਸਕਦੀ ਆ, ਬਟ ਉਹਦੇ ਲਈ ਕਮਾਂਡ ਦਾ ਯੂਨਿਟੀ ਆਫ ਕਮਾਂਡ ਦਾ ਹੋਣਾ ਜ਼ਰੂਰੀ ਨਹੀਂ ਹੈ। ਨੈਕਸਟ ਹੈ ਆਪਣੇ ਕੋਲੇ 6th प्रिंसिपल ऑफ सबॉर्डिनेशन ऑफ इंडिविजुअल इंटरस्ट टू जनरल इंटरस्ट। हाँ जी, अकॉर्डिंग टू दिस प्रिंसिपल द इंटरस्ट ऑफ द ऑर्गेनाइजेशन आर मोर इंपॉर्टेंट दैन द इंटरस्ट ऑफ एन इंडिविजुअल इंप्लॉई ऑफ अ ग्रुप ऑफ इंप्लॉईज़। ਇਹਦੇ 'ਚ ਇਹ ਦੱਸਿਆ ਗਿਆ ਇੰਟਰਸਟ ਹੁੰਦੇ ਹਿੱਤ। ਮਤਲਬ ਇਹਦੇ ਵਿੱਚ ਆਰਗੇਨਾਈਜੇਸ਼ਨ ਦੇ ਹਿੱਤ ਨੇ ਜਿਹੜੇ ਉਹਨਾਂ ਬਾਰੇ ਵੱਧ ਸੋਚਣਾ ਵਾ ਆਪਦੇ ਇੰਡੀਵਿਜੂਅਲ ਇੰਟਰਸਟ ਨਾਲੋਂ, ਠੀਕ ਆ। ਮਤਲਬ ਆਪਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਾਂ ਆਪਦੀਆਂ ਜਿਹੜੀਆਂ ਹਿੱਤ ਨੇ ਉਹਨੂੰ ਪਿੱਛੇ ਰੱਖ ਕੇ ਅਸੀਂ ਪੂਰੀ ਆਰਗੇਨਾਈਜੇਸ਼ਨ ਬਾਰੇ ਸੋਚਣਾ, ਠੀਕ ਆ। ਸੋ ਅਕੋਰਡਿੰਗ ਟੂ ਫਿਊਲ ਫॉर द सक्सेस ऑफ एन ऑर्गेनाइजेशन देयर शुड बी यूनीफॉर्मिटी इन इंडिविजुअल इंटरस्ट्स एंड ऑर्गेनाइजेशनल इंटरस्ट्स। मतलब की आ कि जे ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਆਰਗੇਨਾਈਜੇਸ਼ਨ ਸਕਸੈਸਫੁਲ ਹੋ ਸਕੇ ਤਾਂ ਇਹਦੇ ਵਿੱਚ ਕੀ ਆ, ਇਕਸਾਰਤਾ ਹੋਣੀ ਚਾਹੀਦੀ ਆ। ਜਿਹੜੇ ਉਹਦੇ ਵਰਕਰ ਆ ਉਹਨਾਂ ਦੇ ਇੰਟਰਸਟ ਤੇ ਆਰਗੇਨਾਈਜੇਸ਼ਨ ਦੇ ਇੰਟਰਸਟ ਮਤਲਬ ਆਬਜੈਕਟਿਵ ਸੇਮ ਹੋਣੇ ਚਾਹੀਦੇ ਆ, ਠੀਕ ਆ। ਨੈਕਸਟ ਕੀ ਹੈ ਇਹਦੇ ਵਿੱਚ but if there is any divergence or conflict between individual interests and organizational interests, then organizational interest must be accorded इंटरस्ट्स। हाँ जी, ये इन्होंने ये दसिया कि जे मान लो कोई डाइवर्जेंस होंगी है, मतलब डिफरेंस या कोई कन्फ्लिक्ट है भी इदा का कि इंडिविजुअल परसन के इंटरस्ट कुछ होर ने, ऑर्गेनाइजेशन के ऑब्जैक्टिव कुछ होर ने, बट ये सानू की करना चाहिए, ऑर्गेनाइजेशन के इंटरस्ट नू अकॉर्डिड प्रायोरिटी का मतलब होंगे ज़्यादा अहमियत देनी चाहिए आपदे इंडिविजुअल इंटरस्ट्स नालों। इन सच अ सिचुएशन इंडिविजुअल इंटरस्ट्स मस्ट बी सैक्रीफाइड। मतलब सानू आप दियां जिहड़े हित ने उन्होंने असीं सैक्रीफाइस कर देना चाहिए वा काहदे लई, पूरी ऑर्गेनाइजेशन दे लई, ठीक है। नैक्सट है साडे कोले अगला पॉइंट इहदे विच प्रिंसीपल ऑफ फेयर रेमूनरेशन टू इंप्लॉईज़। रेमूनरेशन आपां नूं पता ही है, सैलरी वेजिस नूं कह दिंदे आपां, ठीक है। अकॉर्डिंग टू द प्रिंसीपल गिवन बाय हैनरी फ्यूल, इंप्लॉईज़ मस्ट बी गिवन आ फेयर रेमूनरेशन इन व्यू ऑफ देयर सर्विसिज। जिन्ने भी वर्कर साडे कोले काम कर रहे हैं, इंप्लॉईज़ काम कर रहे हैं, सारिਆਂ ਨੂੰ फेयर सैलरी या वेजिस देने चाहिए अकॉर्डिंग टू उन्हां ਦੀਆਂ सर्विसिज ਜਿਹੜੀਆਂ ਉਹ ਕੰਮ कर रहे हैं। सो दिस रेमूनरेशन मस्ट बी जस्टिसेबल एंड इक्वल। मतलब इदा ना हो किसी ने कोई पार्शियलिटी हो या किसी को वध घट तनख्वाह देनी है, मतलब सारिਆਂ ਨੂੰ इक्वल देनी है। इट मीनस दैट एप्रोप्रिएट रेमूनरेशन शुड बी पे टू एन इंप्लॉई इन अकॉर्डेंस विद हिज सर्विसेज एंड इक्वल रेमूनरेशन मस्ट बी पे टू ऑल द इंप्लॉईज परफॉर्मिंग द सेम टास्क। ਇਹਦਾ मतलब की बनता कि जिन्ने भी इंप्लॉईज सर्विसेज दे रहे हैं ਉਹਦੀ सर्विस के अकॉर्डिंग उन्होंने तनख्वाह देनी चाहिए आ, ठीक आ। तो जे वो इक्को तरह का काम कर रहे हैं, सारे सेम टास्क परफॉर्म कर रहे हैं, तो उन्होंने इक्वल सैलरी देनी चाहिए आ। द रेमूनरेशन पेड इन
this they must given satisfaction to both the employees as well as the managers। ਸੋ ਜੇ ਇਸ ਤਰੀਕੇ ਦੇ ਨਾਲ ਅਸੀਂ ਦੇਵਾਂਗੇ ਸੈਲਰੀਜ਼ ਤਾਂ ਇਹਦੇ ਨਾਲ ਦੋਨਾਂ ਨੂੰ ਸੈਟਿਸਫੈਕਸ਼ਨ ਮਿਲੂਗੀ, ਮਤਲਬ ਇੰਪਲੋਈ ਨੂੰ ਵੀ ਅਤੇ ਮੈਨੇਜਰ ਨੂੰ ਵੀ। ਇਟ ਮੀਨਸ ਦੈਟ ਦੇਅਰ ਸ਼ੁੱਡ ਬੀ ਇੰਪਰੂਵਮੈਂਟ ਇਨ ਦਾ ਸਟੈਂਡਰਡ ਆਫ ਲਿਵਿੰਗ ਆਫ ਦ ਇੰਪਲੋਈਜ਼ ਐਂਡ ਦ ਰੈਮੂਨਰੇਸ਼ਨ ਪੇਡ ਮਸਟ ਬੀ ਵਿਦਿਨ ਦ ਪੇਇੰਗ ਕਪੈਸਿਟੀ ਆਫ ਦ ਔਰਗਨਾਈਜੇਸ਼ਨ ਐਜ਼ ਵੈਲ। ਇਹਦਾ ਮਤਲਬ ਇਹ ਹੈ ਕਿ ਜਿਹੜੀ ਸੈਲਰੀ ਆ ਜਾਂ ਰੈਮੂਨਰੇਸ਼ਨ ਆ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਜਿੰਨੇ ਵੀ ਇੰਪਲੋਈਜ਼ ਨੇ ਉਹਨਾਂ ਦੇ ਲਿਵਿੰਗ ਸਟੈਂਡਰਡ 'ਚ ਇੰਪਰੂਵਮੈਂਟ ਹੋਵੇ, ਮਤਲਬ ਅੱਗੇ ਨਾਲੋਂ ਉਹਨਾਂ ਦਾ ਰਹਿਣ ਸਹਿਣ ਵਧੀਆ ਹੋ ਜਾਵੇ। ਐਂਡ ਜਿਹੜੀ ਰੈਮੂਨਰੇਸ਼ਨ ਕਿੰਨੀ ਪੇਡ ਕਰਨੀ ਆ, ਇਹ ਜਿਹੜੀ ਔਰਗਨਾਈਜੇਸ਼ਨ ਆ ਉਹਦੀ ਪੇਇੰਗ ਕਪੈਸਿਟੀ 'ਤੇ ਡਿਪੈਂਡ ਕਰਦਾ। ਜੇ ਵੱਧ ਸੈਲਰੀ ਦੇ ਸਕਦੇ ਆਪਦੇ ਇੰਪਲੋਈਜ਼ ਨੂੰ, ਬਟ ਜੇ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀਕ ਆ ਤਾਂ ਉਹ ਘੱਟ ਸੈਲਰੀ ਦੇ ਸਕਦੇ ਆ।